Hello and welcome to today's online session. Today we are going to discuss our next topic, that is globalization. Globalization is not an economic reform. Earlier we have done liberalization and privatization. Liberalization ਤੇ privatization ਦੋਨੋਂ economic reforms ਸਨ। ਉਹ ਚੀਜ਼ਾਂ ਜਿਹੜੀਆਂ changes ਲਿਆਂਦੀਆਂ ਗਈਆਂ। But globalization itself is not a change which is brought, but it is a result of liberalization as well as privatization. ਜਦੋਂ ਤੁਸੀਂ ਆਪਣੀ ਇਕੋਨਮੀ ਨੂੰ ਓਪਨ ਅਪ ਕੀਤਾ, ਲਿਬਰਲ ਕੀਤਾ, ਈਜ਼ ਕੀਤੀ, ਉਹਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਅਲਾਉ ਕੀਤਾ, ਉਹਦੇ ਨਾਲ ਆਟੋਮੈਟਿਕਲੀ ਉਸ ਸੈਕਟਰ ਨੇ ਕੰਪੀਟ ਕਰਨਾ ਹੈ ਨਾਟ ਇਨਸਾਈਡ ਦ ਡੋਮੈਸਟਿਕ ਟੈਰੀਟਰੀ ਬਟ ਆਊਟਸਾਈਡ ਦ ਡੋਮੈਸਟਿਕ ਟੈਰੀਟਰੀ। ਐਂਡ ਵੈਨ ਯੂ ਮੂਵ ਆਊਟ ਆਫ ਦ ਡੋਮੈਸਟਿਕ ਟੈਰੀਟਰੀ ਐਂਡ ਯੂ ਮਿਕਸਡ ਵਿਦ ਦ ਆਊਟਰ ਵਰਲਡ according to the trade and investment, that is its globalization. So globalization means integrating national economy with the world economy. Integrating national economy with the world economy through removing different barriers. वो barriers ਜਿਹੜੇ ਅਸੀਂ ਲਗਾਏ ਆ ਆਪਣੀ trade as well as investment ਦੇ level ਤੇ ਕਿ ਕੌਣ ਸਾਡੀ ਕੰਟਰੀ 'ਚ ਇਨਵੈਸਟ ਕਿੰਨਾ ਤੇ ਕਦੋਂ ਕਿਸ ਤਰ੍ਹਾਂ ਕਰ ਸਕਦਾ ਹੈ, ਤੇ ਪਲੱਸ ਅਸੀਂ ਕਿਸ ਤਰ੍ਹਾਂ ਦਾ ਟ੍ਰੇਡ ਕਿਹਨੂੰ ਟ੍ਰੇਡ ਕਰਨ ਲਈ ਅਲਾਉ ਕਰਨਾ ਹੈ, ਕਿਹਨੂੰ ਨਹੀਂ ਕਰਨਾ। ਜਦੋਂ ਇਹ ਬੈਰੀਅਰਸ ਅਸੀਂ ਰਿਲੈਕਸ ਕਰਦੇ ਹਾਂ ਤੇ ਆਊਟਰ ਵਰਲਡ ਨਾਲ ਕੰਪੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਹਨਾਂ ਨਾਲ ਮਿਕਸ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਉਹਨਾਂ ਤੋਂ ਸਿੱਖਦੇ ਹਾਂ, ਕੁਝ ਉਹਨਾਂ ਨੂੰ ਸਿਖਾਉਂਦੇ ਹਾਂ, that is known as integration and that is known as globalization. Globalization ਦਾ ਮਤਲਬ ਹੈ ਇਕੋਨਮੀ ਨੂੰ ਇੰਟੀਗ੍ਰੇਟ ਕਰਨਾ as well as interdependent. ਇੰਟੀਗ੍ਰੇਟ ਦੇ ਨਾਲ ਅਸੀਂ ਇੰਟਰਡਿਪੈਂਡੈਂਸ ਸਿੱਖਦੇ ਹਾਂ, ਮਤਲਬ ਕਿ ਅਸੀਂ ਕੁਝ ਚੀਜ਼ਾਂ ਨੂੰ ਸਿਖਾਉਂਦੇ ਹਾਂ, ਕੁਝ ਉਹਨਾਂ ਕੋਲੋਂ ਸਿੱਖਦੇ ਹਾਂ। ਸੋ ਇਟਸ ਅ ਟਰਾਂਸਫੋਰਮੇਸ਼ਨ, ਇਟਸ ਅ ਮੂਵਮੈਂਟ ਆਫ ਪੀਪਲ, ਹਿਊਮਨਸ, ਕੈਪੀਟਲ, ਗੁੱਡਸ ਐਜ਼ ਵੈਲ ਐਜ਼ ਸਰਵਿਸਿਜ਼। ਸੋ ਇਹਦੇ ਵਿੱਚ ਸਿਰਫ ਜਿਓਗ੍ਰਾਫੀਕਲ ਬੈਰੀਅਰਸ ਨਹੀਂ ਰਿਮੂਵ ਹੁੰਦੇ, ਸੋਸ਼ਲ ਬੈਰੀਅਰਸ ਵੀ ਖਤਮ ਹੁੰਦੇ ਨੇ, ਜਿਹਦੇ ਨਾਲ ਤੁਸੀਂ ਇੱਕ ਦੂਸਰੇ ਦਾ ਕਲਚਰ ਵੀ ਸਿੱਖਦੇ ਹੋ। Basically, अगर in short ਅਸੀਂ ਕਹੀਏ, globalization means a borderless world where you can connect with the outer world just at a click of your mobile button. आज शायद we are living, not शायद, we are living in a world of globalization. You have your cell phone in your hand. You can look at the any news, anything on your cell phone with a click of button. ਤੁਸੀਂ ਕੋਈ ਚੀਜ਼ ਆਰਡਰ ਕਰ ਸਕਦੇ ਹੋ, ਕੋਈ ਪਲੇਸ ਕਰ ਸਕਦੇ ਹੋ, ਕੋਈ ਚੀਜ਼ ਮੰਗਵਾ ਸਕਦੇ ਹੋ, ਕੋਈ ਚੀਜ਼ ਆਪਣੀ ਉਹਨਾਂ ਨੂੰ ਭੇਜ ਸਕਦੇ ਹੋ। ਦੈਨ ਉਹਨਾਂ ਦੀ ਨਿਊਜ਼, ਕੋਈ ਇਨਸੀਡੈਂਟ ਹੋਇਆ, ਇਮੀਡੀਏਟਲੀ ਯੂ ਗੈਟ ਆਲ ਦਿਸ ਇਨਫੋਰਮੇਸ਼ਨ। ਸੋ ਇਹ ਤਾਂ ਹੀ ਪੋਸੀਬਲ ਹੋਇਆ ਇਫ ਦ ਗਲੋਬਲਾਈਜੇਸ਼ਨ ਇਜ਼ ਦੇਅਰ। ਸੋ ਇੰਡੀਆ ਨੂੰ ਇਸ ਚੀਜ਼ ਦੀ ਲੋੜ ਹੋਈ ਜਦੋਂ ਇਕਨੋਮਿਕ ਰਿਫਾਰਮਸ ਅਡਾਪਟ ਕੀਤੇ, ਤੇ ਉਹਨਾਂ ਦੋਵਾਂ ਦਾ ਰਿਜ਼ਲਟ ਸੀ ਗਲੋਬਲਾਈਜੇਸ਼ਨ। ਨਿਊ ਇਕਨੋਮਿਕ ਪਾਲਿਸੀ ਦੇ ਅੰਦਰ ਸਪੈਸੀਫਾਈਡ ਹਾਈ ਟੈਕਨੋਲੋਜੀ ਤੇ ਹਾਈ ਇਨਵੈਸਟਮੈਂਟ ਲਈ ਪ੍ਰਾਇਓਰਿਟੀ ਇੰਡਸਟਰੀਜ਼ ਲਈ ਆਟੋਮੈਟਿਕ ਪਰਮਿਸ਼ਨ ਜਿਹੜੀ ਹੈ ਉਹ ਸਰਕਾਰ ਨੇ ਦੇਣੀ ਸ਼ੁਰੂ ਕਰ ਦਿੱਤੀ ਕਿ ਜਿਹੜੀਆਂ ਇੰਡਸਟਰੀਜ਼ 'ਚ ਸਪੈਸੀਫਿਕ ਜ਼ਿਆਦਾ ਵਧੀਆ ਟੈਕਨੋਲੋਜੀ ਤੇ ਜ਼ਿਆਦਾ ਇਨਵੈਸਟਮੈਂਟ ਦੀ ਲੋੜ ਹੈ, ਉਹਦੇ ਵਿੱਚ FDI ਨੂੰ ਅਲਾਉ ਕੀਤਾ ਗਿਆ ਅਪ ਟੂ 51%। FDI ਇਨ ਸ਼ਾਰਟ ਫਾਰਮ ਇਜ਼ ਨੋਨ ਐਜ਼ ਫੋਰਨ ਡਾਇਰੈਕਟ ਇਨਵੈਸਟਮੈਂਟ। ਇਹ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ, it is basically investment from the outside world. It is done basically in two ways. One is a direct, ਜਿਹਦੇ ਉਹ ਚੀਜ਼ਾਂ ਦੀ ਪੂਰੀ ਆ ਕੇ ਚੀਜ਼ ਪਰਚੇਸ ਕਰਦੇ ਆ, ਜਾਂ ਐਸਟ ਜਾਂ ਫੈਕਟਰੀ they can purchase and they can set up their own factory and unit. And second is institutional. Institutional means ਕਿ ਉਹ ਲੋਕ ਆ ਕੇ ਸਾਡੀਆਂ ਜਿਹੜੀਆਂ ਰਨਿੰਗ ਫੈਕਟਰੀਜ਼ ਨੇ ਉਹਦੇ ਸ਼ੇਅਰਸ ਬਾਏ ਕਰ ਲੈਂਦੇ ਨੇ, then it is known as institutional। ਮਤਲਬ ਪੂਰੀ यूनिट बाय नहीं करते या अपनी यूनिट नहीं लगाते, they just buy the shares of the existing firm. So FDI ਨੂੰ ਅਲਾਉ ਕੀਤਾ ਗਿਆ up to 51% but in few industries। ਉਸ ਤੋਂ ਬਾਅਦ ਤੇ ਸਰਕਾਰ ਨੇ ਸ਼ਾਇਦ ਰਿਟੇਲ ਦੇ ਵਿੱਚ ਵੀ ਇਸ ਵੇਲੇ 100% FDI ਅਲਾਉਡ ਹੈਗੀ ਹੈ in the retail sector। then foreign technology ਦੇ ਵਿੱਚ ਐਗਰੀਮੈਂਟ, ਉਹਦੇ ਵਿੱਚ ਵੀ ਪਰਮਿਸ਼ਨ ਆਟੋਮੈਟਿਕਲੀ ਹੋ ਗਈ ਅਪ ਟੂ ਸਮ ਆਫ ₹1 ਕਰੋੜ ਤੱਕ ਜਿੱਥੇ ਸਮਾਨ ਆਉਣਾ ਸੀ ਉੱਥੇ ਪਰਮਿਸ਼ਨ ਅਲਾਉਡ ਹੋ ਗਈ। ਸੋ ਫੋਰਨ ਟੈਕਨੋਲੋਜੀ ਤੇ ਟੈਸਟਿੰਗ ਨੂੰ ਲਿਆਉਣਾ ਇੰਡੀਆ ਦੇ ਵਿੱਚ ਆਸਾਨ ਹੋ ਗਿਆ। ਇਸ ਤੋਂ ਇਲਾਵਾ ਜਿਹੜੀ ਕਰੰਸੀ ਸੀ, ਅਰਲੀਅਰ ਦ ਵੈਲਿਊ ਆਫ ਦ ਕਰੰਸੀ ਵਾਸ ਸੈਟਲਡ ਬਾਈ ਦ ਗਵਰਨਮੈਂਟ ਐਜ਼ ਵੈਲ ਐਜ਼ ਦ RBI। ਸੋ ਗਵਰਨਮੈਂਟ ਨੇ ਇੰਡੀਅਨ ਕਰੰਸੀ ਨੂੰ ਡੀਵੈਲਿਊ ਕੀਤਾ।
ਡੀਵੈਲਿਊ मतलब अपनी ਕਰੰਸੀ ਦੀ ਵੈਲਿਊ ਦੂਜੇ ਦੀ ਕਰੰਸੀ 'ਚ ਰਿਡਿਊਸ ਕੀਤੀ ਤਾਂ ਕਿ ਅਸੀਂ ਆਪਣੇ ਐਕਸਪੋਰਟਸ ਈਜ਼ ਕਰ ਸਕੀਏ, ਉਹਨਾਂ ਲਈ ਚੀਪ ਕਰ ਸਕੀਏ ਐਂਡ ਦੇ ਆਰ ਏਬਲ ਟੂ ਬਾਈ ਮੋਰ ਐਕਸਪੋਰਟਸ। ਤੇ ਉਹਨਾਂ ਲਈ ਸਾਡੀ ਜਿਹੜੀ ਮਾਰਕੀਟ ਹੈ ਉਹ ਜ਼ਿਆਦਾ ਇਨਵੈਸਟਮੈਂਟ ਰਿਟਰਨ ਲੈ ਕੇ ਆਏ, ਬਿਕੋਜ਼ ਵੈਨ ਦੇ ਆਰ ਜਿਹੜਾ ਰੇਟ ਹੈ ਰੁਪੀ ਪਰ ਡਾਲਰ ਦਾ ਅਗਰ ਉਹ ਫॉल ਕਰ ਰਾਈਜ਼ ਕਰਦਾ ਹੈ ਰਾਈਟ, ਜਿਸ ਤਰ੍ਹਾਂ ਜਿਹੜੀ ਕਨਵਰਟੇਬਿਲਿਟੀ ਹੈ ਰੁਪੀਜ਼ ਦੀ ਡਾਲਰ ਦੇ ਵਿੱਚ ਅਗਰ ਉਹ ਵੱਧ ਜਾਂਦੀ ਹੈ ਤੇ ਉਹਨਾਂ ਦੀ ਸਾਡੀ ਜਿਹੜੀ ਮਾਰਕੀਟ ਹੈ ਉਹ ਜ਼ਿਆਦਾ ਰਿਟਰਨ ਵਾਲੀ ਹੋ ਜਾਂਦੀ, ਉਹਨਾਂ ਨੂੰ ਉਸ ਇਨਵੈਸਟਮੈਂਟ ਦਾ ਰਿਟਰਨ ਜ਼ਿਆਦਾ ਮਿਲਦਾ। ਸੋ ਉਸ ਟਾਈਮ ਤੇ ਗਵਰਨਮੈਂਟ ਨੇ ਫੁੱਲ ਕਨਵਰਟੇਬਿਲਿਟੀ ਨਹੀਂ ਕੀਤੀ, ਪਾਰਸ਼ੀਅਲ ਕਨਵਰਟੇਬਿਲਿਟੀ ਕੀਤੀ ਕਿ ਅਪ ਟੂ 20% ਯੂ ਕੈਨ ਚੇਂਜ ਦ ਮਨੀ ਇਨ ਦ ਮਾਰਕੀਟ ਵੈਲਿਊ। ਸੋ ਇਸ ਟਾਈਮ ਤੇ 100% ਕਨਵਰਟੇਬਿਲਿਟੀ ਤੁਸੀਂ ਜਿੰਨੀ ਮਰਜ਼ੀ ਅਮਾਊਂਟ ਯੂ ਕੈਨ ਕਨਵਰਟ ਇਨ ਦ ਮਾਰਕੀਟ ਜਾ ਕੇ ਐਂਡ ਲੋਕਲ ਮਾਰਕੀਟ ਦੇ ਵਿੱਚ ਜਾਂ ਪੇਟੀਐਮਸ ਜਾਂ ਬੈਂਕਸ ਦੇ ਥਰੂ ਜਾਂ ਮਨੀ ਟ੍ਰਾਂਸਫਰ ਦੇ ਥਰੂ, ਮਨੀਗ੍ਰਾਮ ਦੇ ਥਰੂ ਯੂ ਕੈਨ ਚੇਂਜ ਦੈਟ। ਦੈਨ 1992 ਐਂਡ 93 ਦੇ ਯੂਨੀਅਨ ਬਜਟ ਦੇ ਵਿੱਚ ਗਵਰਨਮੈਂਟ ਨੇ ਰੁਪੀ ਨੂੰ ਫੁੱਲੀ ਕਨਵਰਟੇਬਲ ਕਰਤਾ। 91 ਦੇ ਵਿੱਚ 20% ਸੀ, 92 93 ਦੇ ਵਿੱਚ ਇਟ ਵਾਸ fully convertible. Then a 5-year export-import policy was announced by the government to establish the globalization and the foreign trade. इस foreign policy ने जिन्नियां restriction सी export दे उत्ते ਉਹ या external trade ते ਉਹਨੂੰ allow करता ते काफ़ी हद तक import export ਨੂੰ ਜਿਹੜਾ ਉਹਨਾਂ ਨੇ open up करता at that time. Then the government try to bring the global competition, because if you are opening up your economy, you are giving them liberal, you are allowing the private sector, they will have to compete in the global market in the form of exports as well as exports. So custom duty ਜਿਹੜੀ ਹੈ government ਨੇ reduce ਕੀਤੀ from 250% to 10% in 2007 and 8. Within the passage of time ਗਵਰਨਮੈਂਟ ਨੇ ਬਹੁਤ ਸਾਰੀਆਂ ਚੀਜ਼ਾਂ ਤੇ ਇੰਪੋਰਟ ਡਿਊਟੀ ਰਿਡਿਊਸ ਕਰਤੀ। ਹੁਣ ਮੇਨਲੀ ਇੰਪੋਰਟ ਡਿਊਟੀ ਉਹਨਾਂ ਚੀਜ਼ਾਂ ਤੇ ਹੈ ਵਿਚ ਆਰ ਲਗਜ਼ਰੀ, ਜਿਹੜੇ ਗਵਰਨਮੈਂਟ ਦਾ ਪੈਸਾ ਜ਼ਿਆਦਾ ਲੈ ਕੇ ਜਾ ਰਹੇ, ਲਾਈਕ ਗੋਲਡ ਦੇ ਉੱਤੇ ਅਜੇ ਵੀ ਇੰਪੋਰਟ ਡਿਊਟੀ ਇਜ਼ ਕੁਆਇਟ ਹਾਈ। ਇੰਪੋਰਟ ਡਿਊਟੀ ਇਜ਼ ਲੈਵਿਡ ਔਨ ਦ ਗੁਡਸ ਵਿਚ ਕ੍ਰਾਸ ਦ ਬਾਰਡਰ ਫਰੋਮ ਵਨ ਕੰਟਰੀ ਟੂ ਦ ਅਨਦਰ। ਸੋ ਉਸ ਡਿਊਟੀ ਨੂੰ ਗਵਰਨਮੈਂਟ ਨੇ ਰਿਡਿਊਸ ਕੀਤਾ 1991 ਤੋਂ ਲੈ ਕੇ 2007 ਐਂਡ 8 ਦੇ ਵਿੱਚ from 250% to 10%। ਬਟ ਸਿਰਫ ਉਹਨਾਂ ਚੀਜ਼ਾਂ ਦੇ ਗਵਰਨਮੈਂਟ ਨੇ ਇਸ ਵੇਲੇ ਇੰਪੋਰਟ ਡਿਊਟੀ ਲਗਾਈ ਹੈ ਜਿਹੜੀਆਂ ਉਹਨਾਂ ਨੂੰ ਲੱਗਦੀਆਂ ਕਿ ਸਾਨੂੰ ਰਿਕੁਆਇਰਮੈਂਟ ਨਹੀਂ, ਲੋਕੀ ਸਿਰਫ ਆਪਣਾ ਪੈਸਾ ਸਪੈਂਡ ਕਰਨ ਲਈ ਯੂਜ਼ ਕਰਦੇ ਨੇ। ਸੋ ਉਹਨਾਂ ਦੇ ਗਵਰਨਮੈਂਟ ਨੇ ਇੰਪੋਰਟ ਡਿਊਟੀ ਅਜੇ ਵੀ ਹਾਈ ਰੱਖੀ ਹੈ ਐਂਡ ਵਨ ਕਮੋਡਿਟੀ ਇਜ਼ ਗੋਲਡ। ਸੋ ਇਹ ਸਾਰੀਆਂ ਚੇਂਜਸ ਹੋਈਆਂ ਡਿਊਰਿੰਗ ਗਲੋਬਲਾਈਜੇਸ਼ਨ ਜਾਂ ਗਲੋਬਲਾਈਜੇਸ਼ਨ ਦੇ ਆਉਣ ਨਾਲ। ਇੱਕ ਗਵਰਨਮੈਂਟ ਨੇ ਪਰਮਿਸ਼ਨ ਅਲਾਉ ਕੀਤੀ FDI ਨੂੰ 51% ਇਨ ਹਾਈ ਪ੍ਰਾਇਓਰਿਟੀਜ਼ ਇੰਡਸਟਰੀ ਜਿੱਥੇ ਟੈਕਨੋਲੋਜੀ ਚਾਹੀਦੀ ਹੈ ਐਂਡ ਇਸ ਵੇਲੇ ਤੇ ਇਹ 100% ਹੈ ਇਨ ਦਾ ਰਿਟੇਲ ਸੈਕਟਰ ਆਲਸੋ ਐਜ਼ ਵੈਲ ਐਜ਼ ਹੋਲਸੇਲ ਸੈਕਟਰ ਆਲਸੋ। ਦੈਨ ਗਵਰਨਮੈਂਟ ਨੇ ਆਟੋਮੈਟਿਕ ਪਰਮਿਸ਼ਨ ਪ੍ਰੋਵਾਈਡ ਕੀਤੀ ਜਿੱਥੇ ਸਮ ਆਫ 1 ਰੁਪੀ ਕਰੋੜ ਸੀ ਉੱਥੇ ਆਪਣੇ ਆਪ ਤੁਸੀਂ ਫੋਰਨ ਟੈਕਨੋਲੋਜੀ ਲੈ ਕੇ ਆ ਸਕਦੇ ਹੋ, ਗਵਰਨਮੈਂਟ ਦੀ ਪਰਮਿਸ਼ਨ ਦੀ ਲੋੜ ਨਹੀਂ। ਸੋ ਇੱਥੋਂ ਪਤਾ ਲੱਗਦਾ ਕਿ ਗਵਰਨਮੈਂਟ ਨੇ ਟਿਲ 1991 ਕਿੰਨੀਆਂ ਰਿਸਟ੍ਰਿਕਸ਼ਨਸ ਰੱਖੀਆਂ ਸੀ ਇੰਡਸਟਰੀ ਤੇ ਕਿ ਤੁਸੀਂ ਅਗਰ ਬਾਹਰ ਕਿਸੇ ਵੀ ਕੰਟਰੀ ਨਾਲ ਕੋਈ ਵੀ ਰਿਗਾਰਡਿੰਗ ਟੈਕਨੋਲੋਜੀ ਔਰ ਇਨਵੈਸਟਮੈਂਟ ਕੋਈ ਗੱਲ ਕਰ ਰਹੇ ਹੋ ਤਾਂ ਯੂ ਹੈਵ ਟੂ ਟੇਕ ਪਰਮਿਸ਼ਨ ਆਫ ਦ ਗਵਰਨਮੈਂਟ ਐਟ ਈਚ ਐਂਡ ਐਵਰੀ ਸਟੈਪ, ਰਾਈਟ। ਦੈਨ ਰੁਪੀ ਨੂੰ ਕਨਵਰਟੇਬਲ ਕੀਤਾ। ਰੁਪੀ ਨੂੰ ਕਨਵਰਟੇਬਿਲਿਟੀ ਕਰਦਾ ਮਤਲਬ ਜਿਹੜਾ ਫੋਰਨ ਐਕਸਚੇਂਜ ਹੈ ਉਹਦੀ ਮੂਵਮੈਂਟ ਆਸਾਨ ਹੋਏਗੀ ਫਰੋਮ ਵਨ ਕੰਟਰੀ ਟੂ ਦ ਅਨਦਰ। ਬਿਕੋਜ਼ ਅਗਰ ਤੁਸੀਂ ਕਰੋੜ ਜਾਂ ਲੱਖ ਦੇ ਵਿੱਚ ਅਸੀਂ ਕਰੋੜਾਂ ਦੇ ਵਿੱਚ ਅਸੀਂ ਅਗਰ ਟ੍ਰਾਂਜ਼ਿਟ ਕਰਨਾ ਉਹਦੇ ਨਾਲ ਟ੍ਰੇਡ ਕਿਸੇ ਵੀ ਕੰਟਰੀ ਨਾਲ ਤੇ ਉਸ ਟਾਈਮ ਤੇ ਤੁਸੀਂ ਮਨੀ ਦੀ ਮੂਵਮੈਂਟ ਕਿੱਦਾਂ ਕਰੋਗੇ ਅਗਰ ਉਹ ਸਾਰੀ ਬੈਂਕਸ ਦੇ ਥਰੂ ਹੋਏਗੀ। ਸੋ ਉਸ ਕਨਵਰਟੇਬਿਲਿਟੀ ਨੂੰ ਈਜ਼ ਕਰਨ ਲਈ, ਲੋਕਾਂ ਦੀ ਮੂਵਮੈਂਟ ਨੂੰ ਇਨਕਰੀਜ਼ ਕਰਨ ਲਈ, ਟ੍ਰੇਡ ਨੂੰ ਇਨਕਰੀਜ਼ ਕਰਨ ਲਈ ਗਵਰਨਮੈਂਟ ਹੈਜ਼ ਟੂ ਟੇਕ ਦਿਸ ਸਟੈਪ। ਔਰ 100% ਉਸ ਤੋਂ ਬਾਅਦ ਉਹਨੇ ਇਹਨੂੰ 100% ਕਨਵਰਟੇਬਲ ਕਰਤਾ ਕਿ ਤੁਸੀਂ ਆਪਣੇ ਜਿਹੜੇ ਪੈਸੇ ਹੈ ਲੋਕਲ ਮਾਰਕੀਟ 'ਚ ਜਿਹੜੇ ਵੀ ਇਸ ਤਰ੍ਹਾਂ ਦੇ ਚੈਨਲਸ ਨੇ ਐਕਸੈਪਟ ਬੈਂਕਸ ਉੱਥੋਂ ਵੀ ਕਰ ਸਕਦੇ। ਦੈਨ ਇੰਪੋਰਟ ਡਿਊਟੀ ਜਿਹੜੀ ਹੈ ਉਹ ਰਿਡਿਊਸ ਕਰਤੀ ਕਾਫੀ ਹੱਦ ਤੱਕ ਤੇ ਇੰਪੋਰਟ ਐਕਸਪੋਰਟ ਪਾਲਿਸੀ ਅਨਾਉਂਸ ਕੀਤੀ ਜਿਹਦੇ ਵਿੱਚ ਗਲੋਬਲਾਈਜੇਸ਼ਨ ਤੇ ਫੋਰਨ ਟ੍ਰੇਡ ਲਈ ਗਵਰਨਮੈਂਟ ਨੇ ਕੁਝ ਸਪੈਸ਼ਲ ਇਨੀਸ਼ੀਏਟਿਵ ਲਏ
ताकि वो लोग आन तो इंडिया च अपना पैसा इन्वेस्ट करन। आई थिंक सेज इज़ वन ऑफ देम, दैट इज़ क्रिएशन ऑफ स्पेशल इकनॉमिक जोन्स। वो जोन्स इसे पर्पजली बनाए गए कि एट these specified areas we will give you infrastructure to come and invest in our country. So वो भी इसे चीज़ का पार्ट है, right? So but इस globalization के आने नाल कुछ चीज़ां अच्छियां सी, कुछ चीज़ां माड़ियां सी। If right now we are standing at this phase after so many years, ते अगर असी हर न्यूज़ हर चीज़ जो वर्ल्ड दे विच अवेलेबल है वो इंडिया दे विच भी अवेलेबल है। जे तुसी वर्ल्ड मार्केट कोई चीज़ मिल रही है तुसी उन्होंने ऑनलाइन परचेज कर सकते हो, तुसी उन्होंने खरीद सकते हो, यू कैन गेट दैट। कंज्यूमर सॉवरेनिटी इतनी ज़्यादा है कि वर्ल्ड की हर ब्रांड की चीज़ इट्स अवेलेबल इन इंडिया, होलसेल एज वेल एज द कस्टमाइज रेट एज वेल एज द रिटेल। हुण हर जगह तुसी मॉल्स जाते हो, यू फाइंड काउंटर्स ऑफ ऑल द इंटरनेशनल ब्रांड्स ओवर देयर। वो ब्रांड्स कितना पॉसिबल हुए अगर उन्होंने इन्वेस्टमेंटली अलाउ किया गया इन आवर ओन कंट्री। ऑलरेडी ये पहले रिटेल आउटलेट नहीं सी, वी वर इन द होलसेलर, सिर्फ उन्होंने एरिया से अलाउ किया, स्लोली एंड ग्रेजुअली इट वाज शिफ्टेड टू द रिटेल सेक्टर ऑल्सो। सो इसे करके इन्हां दा आना पॉसिबल होया इन आवर कंट्री। लेकिन जो भी कोई नवा रिफॉर्म आता है इट ब्रिंग सम गुड एंड बैड इम्पैक्ट बोथ। वो चीज़ साडी कंट्री ते भी आई है, बिकॉज एक ग्लोबलाइजेशन तो है पर इट्स नॉट अ फेयर ग्लोबलाइजेशन। बिकॉज जो चीज़ां ओपन अप हुई, इकोनॉमी ओपन हुई, जोड़ा बंदा ऑलरेडी इस्टैबलिश है, जी कंट्री इस्टैबलिश है, डिवेल्प्ड है, वो कॉम्पीटिशन फेस करना आसान सी। लेकिन जी कंट्री अंडर डिवेल्प्ड है या डिवेलपिंग है उन्होंने कंपीट करना उतना आसान नहीं है। There are good and bad effect of both things. So इस during the process ਦੇ ਵਿੱਚ movement of सिर्फ money नहीं होया, goods and services नहीं होया, even लोगों की migration भी हुई from one country to the another. आज जिस तरह बच्चे बड़ी आसानी ना they are going to abroad for the study purpose. I think पिछले 10 साल तो पहले if you go back to 10 or 12 years back शायद ये इतना आसान नहीं सी, बट ड्यूरिंग द लास्ट 10-12 ईयर्स ये चीज़ बहुत आसान हो गई। वाई इट इज़ हैपनिंग? बिकॉज डे बाय डे साडा जिहड़ा वर्ल्ड है वो वाकई ही ग्लोब के विच आ गया। बिकॉज अ मॉडल ऑफ अ रेप्लिका ऑफ अर्थ इज़ नोन एज ग्लोब। सो असी वाकई ही वो आ गए हैं, इस करके ये मूवमेंट आसान हो गया। सो व्हाट आर द पॉजिटिव एंड नेगेटिव इफेक्ट्स ऑफ दिस ग्लोबलाइजेशन? कुछ चीज़ां ये फेवर सन, कुछ चीज़ां ये अगेंस्ट सन। जिहड़ियां फेवर सन दे आर द पॉजिटिव इम्पैक्ट, जिहड़े नहीं है वो ये अगेंस्ट ये नेगेटिव। फर्स्ट वन इज दैट्स वेरी श्योर फॉर ग्लोबलाइजेशन, ग्रेटर एक्सेस टू वर्ल्ड मार्केट। अगे जिहड़ा प्रोड्यूसर है वो सिर्फ इंडियन इकोनॉमी के अंदर सेल कर रहा है, वो डोमेस्टिकली सेल कर रहा है, नाउ इट कैन सेल इन द वर्ल्ड मार्केट। इस तरह आज तुम देखते हो लोग ऑनलाइन हैंडीक्राफ्ट्स वाले भी अपनी चीज़ां बनाते हैं एंड दे पुट इट ऑन द ऑनलाइन इंटरनेट पे, चाहे कोई साड़ी शॉप वाला है, चाहे कोई मेहंदी डिज़ाइन वाला है, चाहे कोई इंस्टाग्राम पे कुछ बना रहा है, दे आर पुटिंग देयर वीडियोस ऑन दैट चैनल्स के ऑल ओवर द वर्ल्ड यू कैन सेल दोज गुड्स। वो हम सिर्फ मार्केट जी डोमेस्टिक नहीं है, इट्स अ वर्ल्ड मार्केट, यू हैव एक्सेस टू द वर्ल्ड मार्केट, तुम दुनिया किते भी देख सकते। नैक्सट एज यू ओपन अप विद द अदर वर्ल्ड, जिदा अपन कुछ सिखाने कुछ सीखते हैं, असी अगर उन्होंने योगा सिखा रहे हैं तो असी उन्होंने बहुत सारी टेक्नोलॉजीज लैके आए हैं हुण तक। सो एडवांस टेक्नोलॉजी इंडिया दे विच सिर्फ इस रीजन करके आई बिकॉज ग्लोबलाइजेशन। आज एप्पल का आईफोन जो भी लॉन्च होता है एंड विद इन अ फ्यू मंथ्स इट इज़ अवेलेबल इन इंडिया। शायद बाकी जड़ियाँ कंपनीज ने उन्होंने शायद उस वेले ही वर्ल्ड लॉन्च होती है कि इट्स अवेलेबल ऑल ओवर द वर्ल्ड। सो इस करके वो टेक्नोलॉजी इस तरह बहुत सारिया मशीन्स ने जड़ियाँ अवेलेबल ने बिकॉज ऑफ ग्लोबलाइजेशन। नेक्स्ट इज बेटर फ्यूचर फॉर द लार्ज इंडस्ट्रीज इन द डिवेलपिंग कंट्रीज। ग्लोबलाइजेशन ने सिर्फ उन्होंने कंपनीज को साढ़े को नहीं लैके आता, साडियाँ कंपनीज भी उत्थे गई और ਜਿਹੜੀਆਂ कंपनीज एक नेशन तो
ज़्यादा नेशनस ਦੇ ਵਿੱਚ ਕੰਮ ਕਰਦੀਆਂ ਨੇ, ਚਾਹੇ ਉਹ ਪ੍ਰੋਡਕਸ਼ਨ ਹੈ, ਚਾਹੇ ਸੈਲਿੰਗ ਹੈ, ਚਾਹੇ ਪੈਕੇजिंग है, they are known the multinational corporations. Short form में we call them MNCs. So MNCs are the companies which sell, produce not in a one but more than two nations or one nation, that is MNC. बहुत सारियां countries ਦੇ ਵਿੱਚ. So MNCs ਦੇ ਨਾਲ इंडियन कंपनी भी MNCs बन गया, चाहे गोदरेज सी, चाहे इन्फोसिस है, चाहे एशियन पेंट्स है, चाहे टाटा वाले, even they are become the multinational because not they are producing and selling goods in one nation, in many nations across the world. So ਇੱਥੇ ਵੀ ਜਿਹੜੀਆਂ countries ਤੋਂ large prospect available ਸੀ, ਜਿਨ੍ਹਾਂ ਕੋਲ investment ਸੀ, ਪੈਸਾ ਸੀ, they are able to expand themselves and become MNCs, right? ਸੋ ਇਹ ਤੇ ਕੁਝ ਸੀ ਪੋਜ਼ਿਟਿਵ ਇੰਪੈਕਟ। ਇਸ ਤੋਂ ਇਲਾਵਾ ਇੱਕ ਹੋਰ ਪੋਜ਼ਿਟਿਵ ਇੰਪੈਕਟ ਹੈ, ਇੰਪੈਕਟ ਇਸ ਅਗਰ ਆਪਾਂ ਇਕਨੋਮਿਕਲੀ ਨਾ ਦੇਖੀਏ, ਸੋਸ਼ਲੀ ਦੇਖੀਏ, ਦੈਟ ਇਜ਼ ਕਿ ਵੀ ਆਰ ਏਬਲ ਟੂ, ਜਿਹੜਾ ਕੰਜ਼ਿਊਮਰ ਹੈ ਇੰਡੀਆ ਦੇ ਵਿੱਚ, ਦੇ ਆਰ ਏਬਲ ਟੂ ਬਾਈ ਦ ਗੁੱਡਸ, ਉਹਦੀ ਜਿਹੜੀ ਬਾਸਕਟ ਹੈ ਜੋ ਕੰਜ਼ਿਊਮ ਕਰ ਰਿਹਾ ਹੈ ਉਹਦੇ 'ਚ ਵੈਰਾਈਟੀ ਬਹੁਤ ਜ਼ਿਆਦਾ ਹੈ, ਜੋ ਅੱਜ ਤੋਂ ਪਹਿਲੇ ਇੰਨੇ ਸਾਲ ਪਹਿਲੇ ਅਵੇਲੇਬਲ ਨਹੀਂ ਸੀ। It's a very simple thing. When we were in college or school time, शायद इतनी variety of goods, चाहे eating है, चाहे clothes है, चाहे cosmetics है, it was not there. But now you just name any brand of the world and you can get in your own country. वो जो consumer sovereignty है, consumer की availability है, वो बहुत expand कर चुकी है। इस तो अलावा एक और चीज़ है कि urban जिड़ा elite class है, उन्होंने ये चीज़ों की अवेलेबिलिटी बहुत ज़्यादा है, एंड ड्यू टू दैट जो वो बाहर फॉरन देखते हैं, ईवन दे डिमांड सेम टाइम ऑफ सर्विसेज इन देयर ओन कंट्री। सो ਉਹਦੇ ਨਾਲ ਕੀ ਹੈ ਕਿ when they demand, local people try to create those services which were available abroad. ਸੋ ਉਹਦੇ ਨਾਲ ਇੱਥੇ more employment, ਨਵੀਆਂ ਸਰਵਿਸਿਜ਼ ਤੇ ਨਵੀਆਂ ਚੀਜ਼ਾਂ ਦੀ ਜਿਹੜੀ ਹੈ ਉਹ origin ਹੋ ਰਿਹਾ। ਨੈਕਸਟ ਇਹ ਤੇ ਕੁਝ ਇਹਦੇ ਪੋਜ਼ਿਟਿਵ ਇਫੈਕਟ ਸੀ, but there are certain negative traits also ਜਿਹਦੇ ਨਾਲ ਇਹ ਹੋਇਆ। ਮੈਂ ਪਹਿਲੇ ਵੀ ਗੱਲ ਕੀਤੀ, globalization is not fair. That is why it's benefited more to the developed countries, because ਜਿਹੜਾ already developed ਹੈ ਉਹਦੇ ਲਈ ਉਸ ਮਾਰਕੀਟ 'ਚ compete ਕਰਨਾ ਆਸਾਨ ਹੈ as compared to those are developing one. So benefit ਇਹਨਾਂ ਨੂੰ ਹੋਇਆ, ਇਹਨਾਂ ਨੇ ਆਪਣੇ laws, ਇਸ ਚੀਜ਼ਾਂ, ਇਸ services ਜੋ ਉਹਨਾਂ ਨੂੰ ਚਾਹੀਦਾ ਸੀ, because they want a better market, a big market, right? ਉਹਦੇ ਅਕੋਰਡਿੰਗਲੀ ਉਹਨਾਂ ਨੇ ਉਹ ਚੀਜ਼ਾਂ ਸੈਲ ਕੀਤੀਆਂ ਜੋ ਆਲਰੇਡੀ ਉਹ ਬਣਾ ਰਹੇ ਸਨ। ਦੇ ਵਰ ਪਲਾਨਡ ਫॉर ਦਿਸ, ਦੇ ਵਰ ਰੈਡੀ ਫॉर ਦਿਸ, ਰਾਈਟ? ਸਾਡੇ ਲਈ ਓਪਨ ਅਪ ਪਹਿਲੇ ਸੀ, ਬਟ ਉਹਨਾਂ ਲਈ ਇਹ ਪਲਾਨ ਸੀ। ਚਾਹੇ ਅਫਰੀਕਾ ਹੈ, ਚਾਹੇ ਏਸ਼ੀਆ ਹੈ, ਇਹ ਏਰੀਆਜ਼ ਉਹਨਾਂ ਲਈ ਮਾਰਕੀਟਸ ਨੇ ਵੇਅਰ ਦੇ ਕੈਨ ਸੈਲ। ਉਹ ਅੱਜ ਇੰਡੀਆ 'ਚ ਕਿਉਂ ਆਉਣਾ ਚਾਹੁੰਦੇ ਹੈ? ਬਿਕਾਜ਼ ਇੰਡੀਆ ਇਜ਼ ਦ ਹਾਈਐਸਟ ਕੰਜ਼ਿਊਮਰ ਮਾਰਕੀਟ। ਇੱਥੇ ਕੰਜ਼ੰਪਸ਼ਨ ਬਹੁਤ ਜ਼ਿਆਦਾ ਕੰਜ਼ਿਊਮਰ ਦੀ। if they are earning, they are spending also a lot. Indian big fat weddings, weddings are known as big fat weddings. Why? People spend so much lavishly कि ये एक industry बन चुकी है, right? So वो लोग इन्हां चीज़ां लिए ready सन, that is why they get more benefit from that in the trade, in the investment, even of the migration of the people. अगर वो आज migration allow करते हैं, they are allowing the migration only to the educated, the good academic or the laborer class. ਜਿਹਦੀ requirement ਉਹਨਾਂ ਨੂੰ। Next is compromises the welfare and identity of the people belonging to poor countries. ਜਿਹੜੀ ਕੰਪਨੀ ਬਾਹਰੋਂ ਆਈ ਹੈ, ਪੈਸਾ ਲਗਾਏਗੀ, ਕੀ ਉਹ ਸਿਰਫ ਆਪਣਾ ਪ੍ਰੋਫਿਟ ਸੋਚੇਗੀ ਕਿ ਸਾਡਾ ਲੋਕਲ ਲੋਕਾਂ ਦਾ ਵੈਲਫੇਅਰ ਵੀ ਸੋਚੇਗੀ? ਨਹੀਂ, they are came here for earning. अगर असी 10,000 करोड़ की इन्वेस्टमेंट की है तो वी हैव टू टेक सर्टन अमाउंट ऑफ बैक, राइट? सो दैट इज़ वाई जिवें आप टीवी सुनते हैं या फेसबुक पर पता लगता है जी दिस एंड दिस थिंग इज़ बैंड इन USA बट स्टिल सेलिंग इन इंडिया ओपन, बिकॉज उन्होंने साढ़े वेलफेयर की नहीं, अपने प्रॉफिट मोटिव की लोड़ है। सो दैट इज़ वाई एक चीज़ से अफेक्ट हुई। दूसरा आइडेंटिटी ऑफ द पीपल। जो कल्चर इंटरमिंगल होया, we were expected, ਸਾਨੂੰ ਉਹਨਾਂ ਦਾ ਐਕਸਪੋਜ਼ਰ ਹੋਇਆ, we lost our culture in their culture. ਅਸੀਂ ਉਹ ਚੀਜ਼ਾਂ ਸਿੱਖੀਆਂ ਜੋ ਉਹ ਕਰ ਰਹੇ ਸਨ, ਅਸੀਂ ਆਪਣੀਆਂ ਚੀਜ਼ਾਂ ਸ਼ਾਇਦ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰ ਪਾਏ। ਉਹ gradually and slowly now they want art,
वो साड़ियाँ स्पाइसिस यूज़ कर रहे हैं, साड़ा वे ऑफ लिविंग कर रहे हैं, साड़ा योगा अडाप्ट कर रहे हैं। क्यों? बिकॉज नाउ दे नो द बेनिफिट ऑफ दिस, बट वी आर नॉट एबल टू सेल इट इन दैट वे। और साड़ा कल्चर उन्होंने आइडेंटिटी करके जिहड़ा मिक्स मैच हो गया, तो असी अपनी आइडेंटिटी नूं खत्म कर लिया काफ़ी हद तक आफ्टर दिस ग्लोबलाइजेशन। नैक्सट इज इंक्रीज इन इनकम डिस्पैरिटीज अमंग नेशंस एंड पीपल। जिहड़ा ग्लोबली मार्केट दे विच ज़्यादा प्रॉफिट है, क्योंकि ग्लोबलाइजेशन मार्केट ड्रिवन है, डिमांड सप्लाई दे बेस्ड है। जिहड़ी चीज़ की डिमांड है उहदी ही सप्लाई आनी, क्योंकि वो प्रॉफिट है। जिहदी डिमांड नहीं वो चीज़ बनाने का कोई फायदा नहीं। सो इहदे नाल ये है कि सम countries or nations are becoming richer and other are becoming poorer day by day. Same is the case with companies. जिहड़ी कंपनी वो कंपटीशन फेस नहीं कर पाती वो मार्केट चों निकल जाएंगे, तो जिहड़ा कंपीट कर लैंदा दे बिकम मिलियनियर्स। इफ यू टॉक अबाउट Reliance, Jio, they are now top 10 richest in the people in the world. So India ਦੇ भी बिलियनियर ਹੈਗੇ ਨੇ ਜਿਹੜੇ top 10 ਦੇ ਵਿੱਚ ਹੈਗੇ ਨੇ। क्यों? Because ਇਹਦੇ ਨਾਲ those who are able to compete, those who are able to produce the goods according to the world market, they are able to be better off, and it is increasing disparities among the nations as well as among the people. So globalization means integration of national economy with the world economy by removing barriers on trade as well as investment. It led to partial convertibility, reducing of import and export duties, then allowing technologies 51% FDI, then ultimately 100%. Then बहुत सारी countries ਨੂੰ automatic permission मिल गई कि they can bring the technologies as required by them. इसी तरह import allow करता बहुत सारिया चीज़ों का पहले सिर्फ रॉ मटीरियल ते सी, फिर फिनिश गुड्स ते भी अलाउ हो गया। लेकिन इन्हें कुछ ना कुछ पॉजिटिव तो कुछ नेगेटिव इम्पैक्ट्स भी लेके आए। सो दिस वाज ऑल अबाउट द ग्लोबलाइजेशन।